सत श्री अकाल। दूरदर्शन देख रहे मेरे सारे दर्शकों का मैं मुस्कान शर्मा निੱਘਾ स्वागत करती हाँ प्रोग्राम कानूनी नुक्ते 'ਚ। दोस्तों जिवें कि तुहानूं पता है कि इस प्रोग्राम का मूल मकसद यही है कि असीं अपने दर्शकों को उन्हां दे हकों के बारे जागरूक करवा सकीए। उस दे नाल ये भी कोशिश की जाती है कि हर हफ्ते एक नवे कानून उत्ते चर्चा करिए तां जो उन्हां दे ज्ञान अते जानकारी दे विच भरपूर वाधा हो सके। इस दे नाल ही जे अज दे विषय बारे असीं गल करिए, साडा अज दा विषय है चैक बाउंस दे नाल संबंधित कानून। दोस्तों जिवें कि तुहानूं पता है कि लोग अज दे समय दे विच बहुत ज़्यादा कर्जा लै रहे हैं तो उसी कर्जे दे हेठ वो डुब भी रहे हैं क्योंकि वो उसका भुगतान नहीं कर पाते। तो इस दे चलदे वो अनगिनत चैक दे दिंदे ने ते उन्हां नूं उन्हां दे हक्कां बारे नहीं पता क्योंकि उसका दुरुपयोग हो जाता है। असीं अज उन्हां हक्कां बारे ही गल करांगे। तो उस तो पहले मैं तुहानूं सारिआं नूं रूबरू करा दां साडे बहुत खास मेहमान एडवोकेट हर्ष भट्ट जो पिछले 17 साल तो इसी कानूनी पेशे दे विच काम कर रहे हैं तो वो हर केस के माहिर ने। मैं सर का बहुत बहुत स्वागत करती हाँ। सत श्री अकाल सर। मुस्कान जी, मैं तुहाडा सारे ਸਰੋਤਿਆਂ ਦਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, जय हिंद जी। सर जे ਅਸੀਂ अपनी वार्तालाप ਨੂੰ ਅੱਗੇ ਵਧਾਈਏ, मैं सब तो पहले ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ कि चैक बाउंस ਦੇ ਨਾਲ ਸੰਬੰਧਿਤ ਕਿਹੜੇ-ਕਿਹੜੇ ਕਾਨੂੰਨ ਬਣਾਏ ਗਏ ਨੇ ਤੇ ਇਸ ਦੇ ਪਿੱਛੇ ਬਣਾਉਣ ਦਾ ਮੂਲ ਮਕਸਦ ਕੀ ਸੀਗਾ? मुस्कान जी, ये ਜਿਹੜਾ ਚੈੱਕ ਬਾਉਂਸਿੰਗ ਦਾ ਕਾਨੂੰਨ ਹੈ ਇਹ ਹੈ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਜੀ। ਮੈਂ ਸਰੋਤਿਆਂ ਨੂੰ ਦੱਸਣਾ ਚਾਹਾਂਗਾ 1881। ਸੋ ਇਹਦਾ ਮੂਲ ਮਕਸਦ ਕੀ ਹੈ? ਕਿਉਂਕਿ ਜਦੋਂ ਅਸੀਂ ਪੁਰਾਣੇ ਜ਼ਮਾਨੇ 'ਚ ਦੇਖਦੇ ਸੀ ਕਿ ਵਪਾਰ ਕਰਨ ਦੇ ਵਪਾਰੀਆਂ ਨੂੰ ਦੂਰ ਦੇਸ਼ਾਂ 'ਚ ਬਹੁਤ ਦੂਰ ਜਾਣਾ ਪੈਂਦਾ ਸੀ। ਉਸ ਸਮੇਂ ਬਾਰਟਰ ਸਿਸਟਮ ਸੀ। ਬਾਰਟਰ ਤੋਂ ਭਾਵ ਅਸੀਂ ਕਿਸੇ ਚੀਜ਼ ਦੇ ਨਾਲ ਕਿਸੇ ਚੀਜ਼ ਨੂੰ ਐਕਸਚੇਂਜ ਕਰਦੇ ਸੀ। ਅਸੀਂ ਸੋਨੇ ਦੀਆਂ ਚੀਜ਼ਾਂ ਦਿੰਦੇ ਸੀ, ਚਾਂਦੀ ਦੀਆਂ ਦਿੰਦੇ ਸੀ ਜਾਂ ਫਸਲ ਨਾਲ ਫਸਲ ਦਿੰਦੇ ਸੀ। ਸੋ ਉਸ ਚੀਜ਼ ਨੂੰ ਜਦੋਂ ਵਪਾਰੀ ਲੈ ਕੇ ਜਾਂਦੇ ਸੀ ਤੇ ਉਸ ਸਮੇਂ ਦੇ ਲੁਟੇਰੇ ਜੇ ਉਹਨਾਂ ਨੂੰ ਲੁੱਟ ਲੈਂਦੇ ਸੀ। ਸੋ ਇਸ ਸਾਰੀ ਚੀਜ਼ ਨੂੰ ਖਤਮ ਕਰਨ ਦੇ ਲਈ ਇੱਕ ਕਾਨੂੰਨੀ ਮਾਨਤਾ ਪ੍ਰਾਪਤ ਕਾਗਜ਼ਾਂ ਨੂੰ ਤਿਆਰ ਕੀਤਾ ਗਿਆ ਜੀ। ਉਹ ਕਾਗਜ਼ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੇ ਮੁਤਲਕ ਜੀ, ਜਿਨ੍ਹਾਂ ਵਿੱਚ ਪ੍ਰੋਮਿਸਰੀ ਨੋਟ, ਬਿੱਲ ਆਫ ਐਕਸਚੇਂਜ ਤੇ ਚੈੱਕ ਇਹ ਚੀਜ਼ਾਂ ਨੂੰ ਇਨਕਲੂਡ ਕੀਤਾ ਗਿਆ ਜੀ। ਉਸ ਤੋਂ ਭਾਵ ਇਹ ਹੈ ਕਿ ਜਦੋਂ ਕੋਈ ਵੀ ਡਾਕੂਮੈਂਟ ਜਿਹੜਾ ਕਾਨੂੰਨੀ ਮਾਨਤਾ ਉਹ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਇੰਨੀ ਕਾਨੂੰਨੀ ਮਾਨਤਾ ਮਿਲ ਜਾਂਦੀ ਹੈ ਕਿ ਜੇਕਰ ਲੈਣ ਵਾਲਾ ਉਸ ਨੂੰ ਲਗਾ ਦੇਵੇ ਤੇ ਦੇਣ ਵਾਲਾ ਉਸ ਨੂੰ ਨਾ ਦੇਵੇ ਤੇ ਉਹਦੇ ਉੱਤੇ ਉਹਦੇ ਤੇ ਸਜ਼ਾ ਦਾ ਫਾਈਨ ਦਾ ਦੋਨੇ ਜਿਹੜੇ ਹੈਗੇ ਨੇ ਉਹ ਕਾਨੂੰਨ ਬਣਾਏ ਗਏ ਹਨ। ਸੋ ਇਸ ਕਾਰਨ ਇਸ ਜਿਹੜੇ ਕਾਨੂੰਨ ਨੂੰ ਬਣਾਇਆ ਗਿਆ ਜਿਸ ਨਾਲ ਲੋਕਾਂ ਨੂੰ ਕੋਈ ਵੀ ਚੀਜ਼ ਆਪਣੇ ਨਾਲ ਨਾ ਲਿਜਾਣ ਲਈ ਕੋਈ ਜ਼ਰੂਰੀ ਕੰਮ ਨਹੀਂ ਸੀ। ਤੁਸੀਂ ਇਸ ਕਾਗਜ਼ ਦੇ ਪੱਤਰ ਨੂੰ ਜੋ ਕਾਨੂੰਨੀ ਤਾਂ ਮਾਨਤਾ ਹੈ ਉਹ ਕਿਸੇ ਨੂੰ ਦੇ ਸਕਦੇ ਹੋ जी। इस दे नाल ही जे गल कीती जावे जदों कोई बंदा चैक ला दिंदा है ना, कोई आपां सिक्योरिटी दे तौर ते चैक दे दिता कि चलो इस समय ते लगा दो ते वो बाउंस हो जाता है बैंक च जाके ते उस तो बाद दी की प्रक्रिया है? मुस्कान जी, मैं दसना चाहना कि जदों तुसीं चैक दे दिते जाने हो तो चैक दे उत्ते एक तरीक मिथी जाती है जी। आपां जे इहनूं एग्जाम्पल के तौर पर लईए तो 1 जनवरी 2023 ਤੇ ਪਹਿਲੇ ਤਾਂ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਚੈੱਕ ਜਿਹੜਾ ਉਹ 3 ਮਹੀਨੇ ਲਈ ਕਾਨੂੰਨ ਦੇ ਵਿੱਚ ਵੈਲਿਡ ਹੈ ਜੀ। ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਉਸ ਚੈੱਕ ਨੂੰ ਬੈਂਕ ਦੇ ਵਿੱਚ ਲਗਾ ਸਕਦੇ ਹੋ ਔਰ ਉਸ ਦੀ ਪੇਮੈਂਟ ਲੈ ਸਕਦੇ ਹੋ। ਪਰ ਜੇਕਰ ਤੁਸੀਂ ਚੈੱਕ ਲਗਾਉਨੇ ਹੋ ਤੇ ਦੇਣਦਾਰ ਦੇ ਖਾਤੇ ਦੇ ਵਿੱਚੋਂ ਬੈਂਕ ਰਾਹੀਂ ਉਹ ਚੈੱਕ ਬਾਉਂਸ ਹੋ ਜਾਂਦਾ। ਬਾਉਂਸ ਮਤਲਬ ਕਿ ਉਹ ਪਾਸ ਨਹੀਂ ਹੁੰਦਾ ਤੇ ਬੈਂਕ ਤੁਹਾਨੂੰ ਇੱਕ ਮੀਮੋ ਇਸ਼ੂ ਕਰਦੀ ਹੈ ਜਿੱਤੇ ਉਸ ਦਾ ਕਾਰਨ ਲਿਖਿਆ ਜਾਂਦਾ ਹੈ ਹਾਂਜੀ ਕਿ ਉਸ ਦੇ ਖਾਤੇ ਵਿੱਚ ਪੈਸੇ ਨਹੀਂ ਹੈ, ਉਸ ਦੇ ਸਾਈਨ ਮਿਲਦੇ ਨਹੀਂ ਹੈ ਜਾਂ ਉਸਨੇ ਪੇਮੈਂਟ ਸਟਾਪ ਕਰਾਈ ਹੋਈ ਹੈ। ਕੋਈ ਵੀ ਕਾਰਨ ਜਿਹੜਾ ਬੈਂਕ ਹੈ ਤੁਹਾਨੂੰ ਲਿਖਿਤ ਤੌਰ ਤੇ ਦਿੰਦਾ ਹੈਗਾ। ਉਸ ਤੋਂ ਬਾਅਦ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਸ਼ੁਰੂ ਹੁੰਦੀ ਹੈ। ਹਾਂਜੀ ਜੇ ਵੈਸੇ ਇਹ ਪੁੱਛਣ ਲੱਗੀ ਸੀ ਕਿ ਜਿਵੇਂ ਕਿ ਚੈੱਕ ਬਾਉਂਸ ਦੇ ਕੇਸਾਂ ਦੇ ਵਿੱਚ 15 ਦਿਨ ਹੋ ਗਏ, 30 ਦਿਨ ਹੋ ਗਏ ਜਾਂ 45 ਦਿਨ ਹੋ ਗਏ, ਇਹ ਸਮੇਂ ਬੰਦ ਕੀਤੇ ਗਏ ਨੇ, ਇਹਨਾਂ ਦੇ ਇਸ ਧਾਰਾ ਜਾਂ ਐਕਟ ਦੇ ਵਿੱਚ ਪਾਉਣ ਦਾ ਕੀ ਮਕਸਦ ਸੀ? ਮੈਂ ਦੱਸ ਰਿਹਾ ਜੀ ਦੁਬਾਰਾ ਕਿ ਜਦੋਂ ਚੈੱਕ ਬਾਉਂਸ ਦੀ ਮੀਮੋ ਤੁਹਾਨੂੰ ਬੈਂਕ ਤੋਂ ਮਿਲ ਜਾਂਦੀ ਹੈ ਉਸ ਤੋਂ ਬਾਅਦ 30 ਦਿਨ ਦੇ ਅੰਦਰ ਅੰਦਰ ਨੋਟਿਸ ਜਿਹੜਾ ਕੱਢਣਾ ਜਿਹੜਾ ਦੂਸਰੀ ਧਿਰ ਨੂੰ ਲੈਣ ਵਾਲੇ ਨੇ ਦੇਣਦਾਰ ਨੂੰ ਕੱਢਣਾ ਜ਼ਰੂਰੀ ਹੈ ਜੀ। ਔਰ ਉਸ ਦੇ ਵਿੱਚ 15 ਦਿਨ ਦਾ ਸਮਾਂ ਜਿਹੜਾ ਹੈ ਦੇਣਦਾਰ ਨੂੰ ਦਿੱਤਾ ਜਾਂਦਾ ਹੈ। ਜੇ ਤਾਂ ਉਹ 15 ਦਿਨ ਦੇ ਵਿੱਚ ਭੁਗਤਾਨ ਕਰ ਦਿੰਦਾ ਹੈ ਤੇ ਠੀਕ ਹੈ, ਅਗਰ ਉਹ ਨਹੀਂ ਕਰ ਪਾਉਂਦਾ ਹੈ ਤੇ ਉਸ ਦੇ ਨੋਟਿਸ ਰਿਸੀਵ ਕਰਨ ਦੇ 30 ਦਿਨ ਦੇ ਅੰਦਰ ਅੰਦਰ ਤੁਸੀਂ ਅਦਾਲਤ ਦੇ ਵਿੱਚ ਉਸ ਦਾ ਕੇਸ ਫਾਈਲ ਕਰ ਸਕਦੇ ਹੋ ਜੀ। ਤੇ ਇਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਚੱਲ ਗਿਆ ਹੋਵੇਗਾ ਕਿ ਕਦੋਂ ਤੁਸੀਂ ਬੈਂਕ ਜਾਣਾ ਹੈ ਤੇ ਕਦੋਂ ਤੁਸੀਂ ਆਪਣੇ ਦਾਅਵੇ ਕਰਨੇ ਨੇ ਤੇ ਕਦੋਂ ਤੁਸੀਂ ਉਹਦਾ ਰਿਪਲਾਈ ਕਰਨਾ ਹੈ। ਇਸ ਨਾਲ ਹੀ ਮੈਂ ਸਰ ਨੂੰ ਇਹ ਵੀ ਪੁੱਛਣਾ ਚਾਹੂੰਗੀ ਕਿ ਸਰ ਜਿਵੇਂ ਕਿ ਸਮੇਂ ਬੰਦ ਦੀ ਗੱਲ ਕੀਤੀ ਕਿ 3 ਮਹੀਨੇ ਅਸੀਂ ਜੇ 3 ਮਹੀਨੇ ਦੇ ਅੰਦਰ ਆਪਾਂ ਕੇਸ ਨਹੀਂ ਲਾਇਆ ਤੇ ਉਹ ਫਿਰ ਤੋਂ ਅਸੀਂ ਕੇਸ ਕਰ ਹੀ ਨਹੀਂ ਸਕਦੇ ਫਿਰ ਸਾਰੀ ਜ਼ਿੰਦਗੀ? देखो कुछ कानून लिबरल है इस दे विच, कुछ ਉਹਦੇ ਵਿੱਚ ਥੋੜੀ ਆਸਾਨੀ ਹੈ। ਜੇ ਤਾਂ ਕਿਸੇ ਕਾਰਨਵਸ਼ ਤੁਸੀਂ ਟਾਈਮ ਤੇ ਨਹੀਂ ਲਗਾ ਸਕਦੇ ਹੋ ਤੇ ਤੁਸੀਂ ਕੋਰਟ ਦੇ ਵਿੱਚ ਉਥੇ ਅਰਜ਼ੀ ਦੇ ਕੇ ਕਰ ਸਕਦੇ ਹੋ। ਲੇਕਿਨ ਕੁਝ ਇਸ ਕਾਨੂੰਨ ਬੜੇ ਸਖਤ ਨੇ ਜੀ। ਚੈੱਕ ਦੇ ਵਿੱਚ ਥੋੜੇ ਟੈਕਨੀਕਲ ਜਿਹੜੇ ਕਾਨੂੰਨ ਸਖਤ ਹੈ
ਲੇਕਿਨ ਹਾਂ ਫਿਰ ਤੁਹਾਡੇ ਕੋਲ ਰਿਕਵਰੀ ਸੂਟ ਹੈ, ਮਤਲਬ ਤੁਸੀਂ ਇੱਕ ਦੀਵਾਨੀ ਮੁਕੱਦਮਾ ਅਦਾਲਤ 'ਚ ਲਗਾ ਸਕਦੇ ਹੋ, ਪਰ ਉਸ ਦੇ ਵਿੱਚ ਤੁਹਾਨੂੰ ਕੋਰਟ ਫੀਸ ਲਗਾਉਣੀ ਪੈਂਦੀ ਹੈ। ਅੱਛਾ ਜੀ। ਫਿਰ ਤੁਸੀਂ ਆਪਣਾ 3 ਮਹੀਨੇ ਤੋਂ ਬਾਅਦ ਅਗਰ ਚੈੱਕ ਖਤਮ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਉਸ ਦੇ ਲਈ ਦੀਵਾਨੀ ਮੁਕੱਦਮਾ ਅਦਾਲਤ ਵਿੱਚ ਦਾਇਰ ਕਰਨਾ ਪੈਂਦਾ ਹੈ। ਫਿਰ ਉਹ 138 ਜਾਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅੰਦਰ ਨਹੀਂ ਆਉਂਦਾ। ਹਾਂ, ਤੇ ਫਿਰ ਜੇ ਅਸੀਂ ਗੱਲ ਕਰਦੇ ਹਾਂ ਕਿ ਦੀਵਾਨੀ ਕੇਸ, ਜੇ ਅਸੀਂ ਦੀਵਾਨੀ ਤੇ ਫੌਜਦਾਰੀ ਕੇਸ ਦੋਨੋਂ ਇਕੱਠੇ ਲਾਣੇ ਹੋਣ ਤੇ ਉਹ ਇਕੱਠੇ ਚੱਲ ਸਕਦੇ ਨੇ? ਬਿਲਕੁਲ, ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਇਹ ਸਰੋਤਿਆਂ ਨੂੰ ਦੱਸਣਯੋਗ ਹੈ ਕਿ ਇਹ ਇੱਕ ਮੁਕੱਦਮਾ ਹੈ ਜਿਸ ਦਾ ਤੁਸੀਂ ਦੀਵਾਨੀ ਔਰ ਫੌਜਦਾਰੀ ਦੋਨੋਂ ਹੀ ਮੁਕੱਦਮੇ ਇੱਕ ਟਾਈਮ ਤੇ ਵੀ ਲਗਾ ਸਕਦੇ ਹੋ ਜੀ। ਕਿਉਂਕਿ ਦੀਵਾਨੀ ਮੁਕੱਦਮੇ ਦੇ ਵਿੱਚ ਜਿਹੜੀ ਕਾਨੂੰਨ ਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਉਹ 3 ਸਾਲ ਦਾ ਹੈ ਜੀ। ਤੁਸੀਂ 3 ਸਾਲ ਦੇ ਅੰਦਰ ਅੰਦਰ ਆਪਣੇ ਕਿਸੇ ਪੈਸੇ ਦੀ ਰਿਕਵਰੀ ਜੋ ਲੀਗਲ ਹੈ, ਜੋ ਕਿਸੇ ਕੋਲ ਲੈਣੀ ਹੈ, ਉਹ ਲੈ ਸਕਦੇ ਹੋ। ਚੈੱਕ ਬਾਉਂਸਿੰਗ ਨੂੰ ਸਮਝੋ ਕਿ ਚੈੱਕ ਬਾਉਂਸ ਕਰਨਾ ਇੱਕ ਕਾਨੂੰਨੀ ਅਪਰਾਧ ਹੈ, ਇਸ ਦੇ ਬਾਬਤ ਇਸ ਸਜ਼ਾ ਦਾ ਪ੍ਰਾਵਧਾਨ ਹੈ ਜੀ। ਸੋ ਇਹ ਇੱਕ ਅਲੱਗ ਪ੍ਰਕਿਰਿਆ ਹੈ। ਇਸ ਦੇ ਵਿੱਚ ਪੈਸੇ ਵੀ ਨੋ ਡਾਊਟ ਕੋਰਟ ਜਿਹੜੀ ਹੈ ਡਬਲ ਦੀ ਅਮਾਉਂਟ ਆਫ ਦੀ ਚੈੱਕ ਵੀ ਤੁਹਾਨੂੰ ਦੇ ਸਕਦੀ ਹੈ, ਮਤਲਬ ਚੈੱਕ ਅਮਾਉਂਟ ਦਾ ਤੁਹਾਨੂੰ ਡਬਲ ਵੀ ਕੰਪਨਸੇਸ਼ਨ ਕੋਰਟ ਪੇ ਕਰ ਸਕਦੀ ਹੈ ਜਾਂ ਦਿਲਵਾ ਸਕਦੀ ਹੈ। ਬਟ ਰਿਕਵਰੀ ਸੂਟ ਨਾਲ ਦੀ ਨਾਲ ਵੀ ਪਿਆ ਜਾ ਸਕਦਾ ਹੈ, ਕਿਉਂਕਿ ਅਗਰ ਕੋਈ ਆਦਮੀ ਕਵੇ ਮੈਂ ਸਜ਼ਾ ਭੁਗਤ ਲਾਂਗਾ ਤੇ ਤੁਹਾਡੀ ਰਿਕਵਰੀ ਨਹੀਂ ਹੋਣੀ। ਇਸ ਲਈ ਤੁਸੀਂ ਸਾਈਮਲਟੇਨੀਅਸਲੀ ਬਰਾਬਰ ਹੀ ਤੁਸੀਂ ਦੀਵਾਨੀ ਮੁਕੱਦਮਾ ਵੀ ਪਾ ਸਕਦੇ ਹੋ ਜੀ। ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਆਪਾਂ ਕਿ ਐਦਾਂ ਦੇ ਕਿਹੜੇ ਕੇਸਿਸ ਨੇ ਜਿਹਦੇ ਵਿੱਚ ਜੇ ਚੈੱਕ ਬਾਉਂਸ ਹੋ ਜਾਵੇ ਉਹ ਇੱਕ ਅਪਰਾਧ ਨਹੀਂ ਮੰਨਿਆ ਜਾਂਦਾ? ਦੇਖੋ, ਇਹ ਥੋੜੀ ਪ੍ਰੂਵ ਕਰਨ ਵਾਲੀ ਗੱਲ ਆ ਜਾਂਦੀ ਹੈ, ਇਹ ਸਬੂਤਾਂ ਦੀ ਗੱਲ ਆ ਜਾਂਦੀ ਹੈ, ਪਰ ਫਿਰ ਵੀ ਉਹ ਚੈੱਕ ਜਿਹੜੇ ਕਿਸੇ ਨੂੰ ਗਿਫਟ ਦੇ ਤੌਰ ਤੇ, ਜੇ ਕਿਸੇ ਨੂੰ ਚੈਰਿਟੀ ਦੇ ਤੌਰ ਤੇ ਦਿੱਤੇ ਜਾਣ। ਹੁਣ ਇਸ ਦੇ ਪਿੱਛੇ ਮੁਸਕਾਨ ਜੀ ਸਮਝਣ ਦੀ ਗੱਲ ਇਹ ਹੈ ਕਿ ਚੈੱਕ ਦੀ ਜਿਹੜੀ ਦੇਣਦਾਰੀ ਹੈ ਉਹ ਕਾਨੂੰਨੀ ਹੋਣੀ ਚਾਹੀਦੀ ਹੈ। ਹੁਣ ਜੇ ਮੈਂ ਕਿਸੇ ਨੂੰ ਗਿਫਟ ਦੇ ਰਿਹਾ ਤੇ ਮੈਂ ਉਹਨਾਂ ਕਾਨੂੰਨੀ ਬਾਧਿਅਤ ਨਹੀਂ ਆ, ਜੇ ਮੈਂ ਕਿਸੇ ਸੰਸਥਾ ਨੂੰ ਚੈਰਿਟੀ ਦੇ ਰਿਹਾ ਮੈਂ ਕਾਨੂੰਨੀ ਬਾਧਿਅਤ ਨਹੀਂ ਆ। ਪਰ ਹਾਂ, ਜੇ ਮੈਂ ਕਿਸੇ ਕੋਲ ਲੋਨ ਲੈ ਰਿਹਾ ਹਾਂ, ਮੈਂ ਬੈਂਕ ਤੋਂ ਲੈ ਰਿਹਾ ਹਾਂ, ਮੈਂ ਕਿਸੇ ਤੋਂ ਲੈ ਰਿਹਾ ਹਾਂ ਔਰ ਉਸ ਦੇ ਮੈਂ ਭੁਗਤਾਨ ਕਰਨਾ ਹੈ ਤੇ ਉਹ ਲੀਗਲ ਦੇ ਵਿੱਚ ਆਉਂਦਾ, ਉਹਨੂੰ ਕਹਿੰਦੇ ਅਸੀਂ ਲੀਗਲ ਡੈਟ ਜੀ। ਸੋ ਉਹ ਫਿਰ ਚੈੱਕ ਦੇ ਅਦਾਰੇ ਦੇ ਵਿੱਚ ਆਉਂਦਾ ਹੈ। ਪਰ ਜੇ ਤੁਸੀਂ ਕੋਈ ਗਿਫਟ ਜਾਂ ਚੈਰਿਟੀ ਦਿੰਦੇ ਹੋ ਉਹ ਇਸ ਦੇ ਅਦਾਰੇ 'ਚ ਨਹੀਂ ਆਉਂਦਾ ਜੀ। ਬਹੁਤ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਦੱਸਿਆ ਕਿ ਜੇ ਤੁਸੀਂ ਕੋਈ ਗਿਫਟ ਜਾਂ ਕੋਈ ਚੈਰਿਟੀ ਦਿੰਦੇ ਹੋ ਤੇ ਤੁਸੀਂ ਬੰਦ ਨਹੀਂ ਹੋ ਜਾਂਦੇ ਕਿ ਤੁਹਾਨੂੰ ਉਹ ਪੈਸੇ ਦੇਣੇ ਹੀ ਹੈ, ਤੇ ਜੇ ਉਹ ਬਾਉਂਸ ਹੋ ਜਾਵੇ ਤਾਂ ਉਹ ਤੁਹਾਡੇ ਉੱਤੇ ਕੋਈ ਵੀ ਅਪਰਾਧ ਨਹੀਂ ਹੋਇਆ। ਇਸ ਦੇ ਨਾਲ ਹੀ ਆਪਾਂ ਆਪਣੀ ਵਾਰਤਾਲਾਪ ਨੂੰ ਅੱਗੇ ਵਧਾਉਂਦੇ ਹੋਏ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਕੋਈ ਸਿਕਿਉਰਿਟੀ ਚੈੱਕ ਦਿੰਦੇ ਹਾਂ, ਸੁਰੱਖਿਆ ਜਿਹਨੂੰ ਅਸੀਂ ਕਹਿੰਦੇ ਸੁਰੱਖਿਆ ਚੈੱਕ ਦੇ ਦਿੰਦੇ ਹਾਂ, ਤੇ ਉਸ ਕੇਸ ਦੇ ਵਿੱਚ ਉਹ ਭੁਗਤਾਨ ਲਈ ਨਹੀਂ ਦਿੱਤਾ ਗਿਆ, ਬਸ ਆਪਾਂ ਰੱਖਤਾ ਕਿ ਆਪਾਂ ਕੱਲ ਪੈਸੇ ਦੇ ਦਾਂਗੇ ਜਾਂ ਪਰਸੋਂ ਪੈਸੇ ਦੇ ਦਾਂਗੇ, ਤੇ ਕੀ ਉਹ ਇਸ ਦੇ ਦਾਇਰੇ ਦੇ ਅੰਦਰ ਆਉਂਦਾ ਹੈ ਐਕਟ ਦੇ? ਮੁਸਕਾਨ ਜੀ, ਇਹਦੇ ਤੇ ਸਾਡੇ ਹਾਈ ਕੋਰਟ, ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਦੀਆਂ ਬਹੁਤ ਹੀ ਜ਼ਿਆਦਾ ਅਥਾਰਟੀਜ਼ ਹੈ, ਹੁਕਮਸ ਨੇ ਉਹਨਾਂ ਦੇ ਉੱਤੇ। ਦੇਖੋ, ਇਸ ਗੱਲ ਨੂੰ ਸਰੋਤਿਆਂ ਨੂੰ ਸਮਝਣ ਦੀ ਜ਼ਰੂਰਤ ਇਹ ਹੈ ਕਿ ਚੈੱਕ ਸਿਕਿਉਰਿਟੀ ਬਾਝੋਂ ਦਿੱਤਾ ਜਾਂ ਕਿਸ ਬਾਬਤ ਦਿੱਤਾ ਜੀ, ਇਸ ਚੀਜ਼ ਨੂੰ ਅਦਾਲਤਾਂ ਦੇ ਵਿੱਚ ਸਬੂਤਾਂ ਰਾਹੀਂ ਦੱਸਣਾ ਪੈਂਦਾ। ਸਿਰਫ ਕਹਿ ਦੇਣਾ ਤੇ ਪ੍ਰੂਵ ਨਾ ਕਰਨਾ ਇਹ ਥੋੜੀ ਵੱਖਰੀ ਗੱਲ ਹੋ ਜਾਂਦੀ ਹੈ। ਸੋ ਇਸ ਲਈ ਮੈਂ ਇਹਨਾਂ ਨੂੰ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਜੇ ਤੁਸੀਂ ਕਿਸੇ ਨੂੰ ਕਿਸੇ ਵਜੋਂ ਇਹ ਚੈੱਕ ਦੇ ਰਹੇ ਹੋ ਤਾਂ ਉਸ ਦਾ ਕਾਰਨ ਲਿਖਤ 'ਚ ਹੋਣਾ ਚਾਹੀਦਾ ਹੈ। ਤੁਸੀਂ ਉਹਨੂੰ ਇੱਕ ਐਗਰੀਮੈਂਟ ਦੇ ਰਾਹੀਂ, ਇਕਰਾਰਨਾਮੇ ਦੇ ਰਾਹੀਂ ਤੁਸੀਂ ਉਹਨੂੰ ਲਿਖਤ ਕਰ ਸਕਦੇ ਹੋ, ਜਿਸ ਬਾਬਤ ਤੁਹਾਡੇ ਚੈੱਕ ਦਿੱਤੇ ਦੀ ਵਜ੍ਹਾ ਉਸ ਦੇ ਵਿੱਚ ਸ਼ਾਮਿਲ ਹੋਵੇ, ਤਾਂ ਜੋ ਤੁਸੀਂ ਕੱਲ ਨੂੰ ਅਗਰ ਤੁਹਾਡੇ ਚੈੱਕ ਦਾ ਕੋਈ ਮਿਸਯੂਜ਼ ਕਰਦਾ ਹੈ ਤੇ ਤੁਸੀਂ ਅਦਾਲਤ ਵਿੱਚ ਜਾ ਕੇ ਆਪਣਾ ਪੱਖ ਰੱਖ ਸਕਦੇ ਹੋ, ਜਿਸ ਨਾਲ ਤੁਹਾਨੂੰ ਅਦਾਲਤ ਵਿੱਚ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਜਦੋਂ ਅਸੀਂ ਗਾਰੰਟਰ ਦੀ ਗੱਲ ਕਰਦੇ ਹਾਂ, ਕੋਈ ਸਾਡੀ ਗਾਰੰਟੀ ਲੈਂਦਾ ਹੈ ਤੇ ਉਹ ਚੈੱਕ ਆਪਣੇ ਖਾਤੇ ਦੇ ਵਿੱਚੋਂ ਦੇ ਦਿੰਦਾ, ਕਿ ਉਹ ਚੈੱਕ ਵੀ ਇਸ ਕਾਨੂੰਨ ਦੇ ਤਹਿਤ ਆਉਂਦੇ ਨੇ? ਬਿਲਕੁਲ ਆਉਂਦੇ ਹੈ ਜੀ। ਹੁਣ ਜਦੋਂ ਲੋਕ ਬੈਂਕ ਦੇ ਵਿੱਚ ਲੋਨ ਲੈਂਦੇ ਹਨ ਤੇ ਲੋਨ ਦੇ ਵਿੱਚ ਦੇਖੋ ਇੱਕ ਪ੍ਰਾਵਧਾਨ ਹੈ ਕਿ ਉਹ ਗਰੰਟਰ ਵੀ ਲੈਂਦੇ ਹਨ ਜੀ। ਗਰੰਟਰ ਦਾ ਕੰਮ ਕੀ ਹੁੰਦਾ ਮੁਸਕਾਨ ਜੀ? ਗਰੰਟਰ ਦਾ ਕੰਮ ਹੁੰਦਾ ਕਿ ਜੇ ਮੁੱਢਲਾ ਬੰਦਾ ਉਸ ਰਕਮ ਨੂੰ ਅਦਾ ਨਹੀਂ ਕਰਦਾ ਤੇ ਉਸ ਦੀ ਗਰੰਟੀ ਲੈਂਦਾ ਜੀ, ਤੇ ਜੇ ਮੁੱਢਲਾ ਬੰਦਾ ਉਸ ਦੀ ਅਦਾਇਗੀ ਨਹੀਂ ਕਰੇਗਾ ਤੇ ਗਰੰਟਰ ਉਹਦਾ ਜ਼ਿੰਮੇਦਾਰ ਹੋਏਗਾ। ਸੋ ਜਿਹੜੇ ਦੂਸਰੀ ਗੱਲ, ਜਦੋਂ ਗਰੰਟਰ ਬਣਦਾ ਹੈ ਇਨਸਾਨ ਜਾਂ ਆਦਮੀ ਉੱਥੇ ਜਾਂਦਾ ਹੈ ਤਾਂ ਉਸ ਤੇ ਦਸਤਖਤ ਹੁੰਦੇ ਹਨ, ਸਿਰਫ ਉਸ ਦੇ ਚੈੱਕ ਨਹੀਂ ਹੁੰਦੇ ਹਨ, ਉਸ ਦੀਆਂ ਜੋ ਐਗਰੀਮੈਂਟ ਦੀਆਂ ਟਰਮਸ ਐਂਡ ਕੰਡੀਸ਼ਨ, ਜੋ ਉਹਦੇ ਵਿੱਚ ਸ਼ਰਤਾਂ ਲਿਖੀਆਂ ਜਾਂਦੀਆਂ ਹਨ, ਉਹਦੇ ਤੇ ਜਦੋਂ ਤੁਸੀਂ ਦਸਤਖਤ ਕਰ ਦਿੰਦੇ ਹੋ ਤੇ ਤੁਸੀਂ ਉਹਦੇ ਲਈ ਲਾਇਬਲ ਹੋ ਜਾਂਦੇ ਹੋ ਜੀ। ਤੇ ਹੁਣ ਅਸੀਂ ਗੱਲ ਕਰੀਏ ਮਾਨਤਾ ਪ੍ਰਾਪਤ ਲਾਇਸੈਂਸਡ ਲੋਕ ਜਿਹੜੇ ਪੈਸੇ ਦਿੰਦੇ ਨੇ, ਉਹ ਕਿਹੜੇ ਲੋਕ ਹੁੰਦੇ ਨੇ? ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਜਦੋਂ ਉਹਨਾਂ ਨੇ ਕਿਤੇ ਪੈਸੇ ਲੈਣ ਜਾਣਾ ਹੋਵੇ ਤਾਂ ਉਹ ਕਿਹੜੀ ਸੰਸਥਾ ਤੋਂ ਲੈਣਾ ਜ਼ਿਆਦਾ ਸਹੀ ਤੁਹਾਡੇ ਹਿਸਾਬ ਨਾਲ ਕਿਹੜੀ ਸੰਸਥਾ ਜ਼ਿਆਦਾ ਸਹੀ ਹੈ ਜਿੱਥੋਂ ਪੈਸੇ ਲੈ ਸਕਦੇ ਨੇ? ਦੇਖੋ, ਸੰਸਥਾ ਕੋਈ ਵੀ ਹੋਵੇ ਮੁਸਕਾਨ ਜੀ, ਚਾਹੇ ਉਹ ਸਰਕਾਰੀ ਹੋਵੇ ਚਾਹੇ ਉਹ ਗੈਰ ਸਰਕਾਰੀ ਹੋਵੇ, ਸਾਡੇ ਸਰੋਤਿਆਂ ਨੂੰ ਆਪਣੇ ਆਪ ਨੂੰ ਸਭ ਤੋਂ ਪਹਿਲੇ ਜਾਗਰੂਕ ਕਰਨ ਦੀ ਜ਼ਰੂਰਤ ਹੈ। ਕਿਉਂਕਿ ਅਗਰ ਕੋਈ ਕਿਸੇ ਨੂੰ ਲੋਨ ਦੇ ਰਿਹਾ ਤੇ ਬਟ ਆਬਵੀਅਸ ਹੈ ਕਿ ਉਹ ਕੁਝ ਕਮਾਉਣ ਲਈ ਦੇ ਰਿਹਾ, ਚਾਹੇ ਉਹ ਸਰਕਾਰੀ ਬੈਂਕ ਹੈ ਚਾਹੇ ਉਹ ਗੈਰ ਸਰਕਾਰੀ ਬੈਂਕ ਹੈ। ਹੁਣ ਇੱਥੇ ਗੱਲ ਇਹ ਹੈ ਕਿ ਸਰੋਤਿਆਂ ਨੂੰ ਇਹ ਜਾਗਰੂਕ ਹੋਣਾ ਚਾਹੀਦਾ ਹੈ ਕਿ ਜਦੋਂ ਕਿਸੇ ਤੋਂ ਲੋਨ ਲੈ ਰਹੇ ਹਨ, ਜੇ ਤਾਂ ਪ੍ਰਾਈਵੇਟ ਲੈ ਰਹੇ ਹਨ ਤੇ ਉਹਨਾਂ ਨੂੰ ਲਾਇਸੈਂਸ
ਲੋਨ ਦੀ ਅਥਾਰਟੀ, ਇਹ ਸਭ ਕੁਝ ਵਾਚ ਲੈਣਾ ਚਾਹੀਦਾ ਹੈ, ਪਰਖ ਲੈਣਾ ਚਾਹੀਦਾ ਹੈ, ਉਸ ਦੀਆਂ ਸ਼ਰਤਾਂ ਨੂੰ ਸਮਝ ਲੈਣਾ ਚਾਹੀਦਾ, ਲਿਖਿਤ ਕਰ ਲੈਣਾ ਚਾਹੀਦਾ ਹੈ ਜੀ। ਔਰ ਦੂਸਰਾ ਮੈਂ ਥੋੜਾ ਜਿਹਾ ਐਡੀਸ਼ਨ ਕਰਨਾ ਚਾਹਾਂਗਾ ਮੁਸਕਾਨ ਜੀ, ਸਾਡੇ ਕਈ ਗਰੀਬ ਜਿਹੜੇ ਲੋਕ ਹੈ ਹਾਂਜੀ। ਜਦੋਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਜ਼ਰੂਰਤ ਬੜੀ ਵੱਡੀ ਚੀਜ਼ ਹੈ, ਹਾਂਜੀ। ਇਨਸਾਨ ਕੋ ਕੁਝ ਵੀ ਕਰਾ ਦਿੰਦੀ ਜੀ, ਹੈ। ਜ਼ਰੂਰਤ ਦੇ ਵੇਲੇ ਇਨਸਾਨ ਨੂੰ ਪਤਾ ਨਹੀਂ ਲੱਗਦਾ ਤੇ ਉਹ 15,000 20,000 5,000 ਛੋਟੀ ਬਾਬਤ ਵੀ 5-5 10-10 ਚੈੱਕ ਜਿਹੜੇ ਨੇ ਉਹ ਸਿਰਫ ਸਾਈਨ ਕਰਕੇ ਬਿਨਾਂ ਕੋਈ ਰਕਮ ਭਰੇ, ਬਿਨਾਂ ਕੋਈ ਤਰੀਕ ਪਾਈ ਦੇ ਦਿੰਦੇ ਹਨ, ਜਿਨ੍ਹਾਂ ਦੀ ਬਾਅਦ ਦੇ ਵਿੱਚੋਂ ਦੁਰਵਰਤੋਂ ਹੁੰਦੀ ਹੈ ਜੀ। ਸੋ ਸਰੋਤਿਆਂ ਨੂੰ ਹੀ ਜਾਗਰੂਕ, ਇਸ ਦਾ ਗੈਰ ਸਰਕਾਰੀ ਜਾਂ ਸਰਕਾਰੀ ਨਹੀਂ, ਸਰੋਤਿਆਂ ਨੂੰ ਜਾਗਰੂਕ ਹੋਣ ਦਾ ਇਹਦੇ ਤੇ ਹੋਣਾ ਚਾਹੀਦਾ ਕਿ ਕੁਝ ਵੀ ਕਰਨ ਤੋਂ ਪਹਿਲੇ ਲਿਖਿਤ ਕਰੋ, ਸਮਝੋ, ਪੜੋ, ਫਿਰ ਦਿਓ ਚੈੱਕ। ਜੀ, ਇਹ ਤਾਂ ਬਹੁਤ ਹੀ ਵਧੀਆ ਗੱਲ ਸਾਡੇ ਐਡਵੋਕੇਟ ਸਾਹਿਬ ਨੇ ਸਾਨੂੰ ਦੱਸੀ ਕਿ ਜਿਹੜੇ ਗਰੀਬ ਲੋਕ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਜਾਗਰੂਕਤਾ ਨਹੀਂ ਹੁੰਦੀ ਕਿ ਉਹਨਾਂ ਨੂੰ ਕੀ ਕਰਨਾ ਹੈ। ਤੇ ਇਸ ਦੇ ਲਈ ਮੈਂ ਸਰ ਇਹ ਪੁੱਛਣਾ ਚਾਹੂੰਗੀ ਕਿ ਜਿਹੜੇ ਗਰੀਬ ਲੋਕ ਹੁੰਦੇ ਨੇ ਜਾਂ ਅਨਪੜ੍ਹ ਲੋਕ ਹੁੰਦੇ ਨੇ ਉਹਨਾਂ ਦੇ ਲਈ ਕੋਈ ਸੰਸਥਾ ਹੈਗੀ ਹੈ ਜਿੱਥੇ ਉਹ ਜਾ ਕੇ ਕੋਈ ਲੀਗਲ ਐਡਵਾਈਸ ਲੈ ਸਕਣ ਕਿ ਅਸੀਂ ਇੱਦਾਂ ਲੋਨ ਲੈਣਾ ਹੈ ਜਾਂ ਕਰਜ਼ਾ ਲੈਣਾ ਹੈ ਤਾਂ ਤੁਸੀਂ ਸਾਨੂੰ ਗਾਈਡ ਕਰੋ? ਬਹੁਤ ਹੀ ਅੱਛਾ ਸਵਾਲ ਤੁਸੀਂ ਪੁੱਛਿਆ। ਇਸ ਤੇ ਮੈਂ ਵਾਅਦਾ ਕਰਨਾ ਚਾਹਾਂਗਾ ਕਿ ਜਿਹੜੀ DLSA ਹੈ, ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਹਰ ਡਿਸਟ੍ਰਿਕਟ ਦੇ ਵਿੱਚ ਹਾਈ ਕੋਰਟਾਂ ਦੁਆਰਾ, ਸੁਪਰੀਮ ਕੋਰਟ ਦੁਆਰਾ ਮਤਲਬ ਮੁੱਢਲੀ ਫ੍ਰੀ ਕਾਨੂੰਨੀ ਜਿਹੜੀ ਸਹਾਇਤਾ ਉਹ ਹਰ ਇਨਸਾਨ ਨੂੰ ਅਵੇਲੇਬਲ ਹੈ ਔਰ ਉਹਦਾ ਇੱਕ ਵੱਖਰਾ ਸੈਂਟਰ ਹਰ ਅਦਾਲਤ ਦੇ ਵਿੱਚ ਮੌਜੂਦ ਹੁੰਦਾ ਹੈ ਜੀ। ਤੇ ਤੁਸੀਂ ਜ਼ਰੂਰੀ ਨਹੀਂ ਕਿ ਤੁਹਾਡੇ ਕੋਈ ਮੁਕੱਦਮੇ ਚੱਲਦੇ ਹਨ ਤੇ ਤੁਸੀਂ ਉਹਦੇ ਲਈ ਉਸ ਜਗ੍ਹਾ ਤੇ ਜਾ ਸਕਦੇ ਹੋ। ਤੁਸੀਂ ਕੁਝ ਵੀ ਲੀਗਲ ਓਪੀਨੀਅਨ ਲੈਣ ਵਾਸਤੇ, ਕਿਸੇ ਦੀ ਕੋਈ ਸਲਾਹ ਲੈਣ ਵਾਸਤੇ ਜੋ ਕਾਨੂੰਨੀ ਸਲਾਹ ਹੈ ਉਸ ਦੇ ਬਾਬਤ ਵੀ ਤੁਸੀਂ ਉੱਥੇ ਜਾ ਸਕਦੇ ਹੋ, ਪੁੱਛ ਸਕਦੇ ਹੋ, ਜੋ ਬਿਲਕੁਲ ਹੀ ਪੈਸਿਆਂ ਤੋਂ ਫ੍ਰੀ ਹੈ ਜੀ। ਉੱਥੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਹੈ ਔਰ ਕੋਈ ਲੋਨ ਲੈਣ ਤੋਂ ਬਾਬਤ, ਕੋਈ ਕਿਸੇ ਨਾਲ ਡੀਲ ਕਰਨ ਤੋਂ ਬਾਬਤ ਤੁਸੀਂ ਉੱਥੇ ਜਾ ਕੇ ਕਾਨੂੰਨੀ ਜਿਹੜੀ ਹੈ ਸਲਾਹ ਲੈ ਸਕਦੇ ਹੋ, ਜਿਸ ਨਾਲ ਕੱਲ ਨੂੰ ਕੋਈ ਵੀ ਕਾਨੂੰਨੀ ਸ਼ਿਕੰਜੇ 'ਚ ਫਸਣ ਤੋਂ ਪਹਿਲਾਂ ਤੁਹਾਡਾ ਬਚਾਅ ਹੋ ਸਕਦਾ ਹੈ ਔਰ ਤੁਸੀਂ ਉਸ ਤੋਂ ਬਚ ਸਕਦੇ ਹੋ। ਇਹ ਬਹੁਤ ਹੀ ਵਧੀਆ ਹਦਾਇਤ ਤੁਸੀਂ ਸਾਡੇ ਸਾਰੇ ਸਰੋਤਿਆਂ ਨੂੰ ਦੇ ਰਹੇ ਹੋ ਕਿ ਜਦੋਂ ਵੀ ਤੁਸੀਂ ਕੋਈ ਵੀ ਲੋਨ ਲੈਣਾ ਹੋਵੇ ਜਾਂ ਕਰਜ਼ਾ ਲੈਣਾ ਹੋਵੇ ਤੁਸੀਂ DLSA ਜਾ ਸਕਦੇ ਹੋ ਤੇ ਉੱਥੇ ਜਾ ਕੇ ਤੁਸੀਂ ਕਾਨੂੰਨੀ ਹੈਲਪ ਲੈ ਸਕਦੇ ਹੋ ਕਿ ਕਿਵੇਂ ਤੁਸੀਂ ਲੋਨ ਲੈਣਾ ਹੈ ਤਾਂ ਉਹ ਤੁਹਾਨੂੰ ਵਕੀਲ ਕਰਕੇ ਦੇਣਗੇ ਕਿ ਕਿਵੇਂ ਤੁਸੀਂ ਪੂਰੀ ਪ੍ਰਕਿਰਿਆ ਨੂੰ ਫੋਲੋ ਕਰਨਾ ਹੈ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਗਰੀਬ ਵਿਅਕਤੀ ਜਿਹਨੂੰ ਅਸੀਂ ਪੌਪਰ ਕਹਿ ਦਿੰਦੇ ਜਾਂ ਅਸੀਂ ਇਨਸੋਲਵੈਂਟ ਵਰਡ ਯੂਜ਼ ਕਰ ਲੈਂਦੇ ਹਾਂ, ਇੰਡੀਜੈਂਟ ਪਰਸਨ, ਇਹਨਾਂ ਤਿੰਨਾਂ ਦੇ ਵਿੱਚ ਕੀ ਫਰਕ ਹੈ? ਦੇਖੋ, ਜਿਹੜਾ ਇੰਡੀਜੈਂਟ ਪਰਸਨ ਹੈ ਜਾਂ ਇਨਸੋਲਵੈਂਟ ਹੈ, ਇਹਦਾ ਭਾਵ ਆਪਾਂ ਲਈਏ ਤੇ ਇੰਡੀਜੈਂਟ ਪਰਸਨ ਉਹ ਹੁੰਦਾ ਕਿ ਜਿਹਨੂੰ ਬੇਸਿਕ ਜ਼ਰੂਰਤਾਂ ਜਿਹੜੀਆਂ ਆਪਣੀਆਂ ਉਹ ਵੀ ਉਹ ਬੰਦਾ ਪੂਰੀਆਂ ਨਹੀਂ ਕਰ ਸਕਦਾ। ਹਾਂਜੀ। ਇਨਸੋਲਵੈਂਟ ਸਾਰੇ ਜਾਣਦੇ ਹੈ ਕਿ ਜਿਸਨੇ ਆਪਣਾ ਦਿਵਾਲੀਆ ਕਰ ਦਿੱਤਾ, ਪਰ ਕਾਨੂੰਨ ਦੇ ਵਿੱਚ ਸਿਰਫ ਕਹਿਣਾ ਤੇ ਕਰਨੇ ਦੇ ਵਿੱਚ ਫਰਕ ਹੁੰਦਾ ਮੁਸਕਾਨ ਜੀ। ਉਹਦੇ ਲਈ ਤੁਹਾਨੂੰ ਪਟੀਸ਼ਨਸ ਡਾਲਣੀਆਂ ਪੈਂਦੀਆਂ, ਆਪਣੇ ਆਪ ਨੂੰ ਇਨਸੋਲਵੈਂਟ ਕਲੀਅਰ ਕਰਨਾ ਪੈਂਦਾ ਜੀ। ਇੱਥੇ ਇੱਕ ਮੈਂ ਇੱਥੇ ਵਾਅਦਾ ਕਰਨਾ ਚਾਹਾਂਗਾ ਇਨਫੋਰਮੇਸ਼ਨ ਦੇ ਵਿੱਚ ਹੈ ਕਿ ਕਾਨੂੰਨ ਦੇ ਵਿੱਚ 138 ਹੈ ਜਿਹੜਾ ਚੈੱਕ ਬਾਉਂਸਿੰਗ ਦਾ ਕਾਨੂੰਨ ਹੈ, ਇਹਦੇ 'ਚ ਸਜ਼ਾ ਦਾ ਵੀ ਪ੍ਰਾਵਧਾਨ ਹੈ। ਸੋ ਇਸ ਚੀਜ਼ ਤੋਂ ਤੁਸੀਂ ਸਜ਼ਾ ਤੋਂ ਨਹੀਂ ਬਚ ਸਕਦੇ ਹੋ ਅਗਰ ਕਾਨੂੰਨ 'ਚ ਸਾਬਿਤ ਹੋ ਜਾਂਦਾ ਹੈ ਕਿ ਤੁਸੀਂ ਚੈੱਕ ਜਿਹੜਾ ਆਪਣਾ ਕਾਨੂੰਨੀ ਲੋਨ ਦੇਣ ਵਾਸਤੇ ਜਾਂ ਕਾਨੂੰਨੀ ਦੇਣਦਾਰੀ ਦੇਣ ਵਾਸਤੇ ਦਿੱਤਾ ਹੈ। ਜੋ ਪ੍ਰੂਵ ਹੋ ਜਾਂਦਾ ਤੇ ਕਿਉਂਕਿ ਇਸ ਕਾਨੂੰਨ ਦੇ ਵਿੱਚ ਜਾਂ ਤਾਂ ਕੋਰਟ 2 ਸਾਲ ਤੱਕ ਦੀ ਸਜ਼ਾ ਕਰ ਸਕਦੀ ਹੈ ਜਾਂ ਚੈੱਕ ਦੀ ਡਬਲ ਅਮਾਉਂਟ ਤੁਹਾਨੂੰ ਕਰ ਸਕਦੀ ਹੈ ਜਾਂ ਦੋਨੇ ਕਰ ਸਕਦੀ ਹੈ। ਹਾਂਜੀ। ਸੋ ਇਸ ਕਰਕੇ ਇਹਦੇ ਵਿੱਚ ਉਸ ਚੀਜ਼ ਦਾ ਕੋਈ ਬਚਾਅ ਨਹੀਂ ਹੈ। ਸੋ ਕਾਨੂੰਨ ਸਭ ਦੇ ਲਈ ਇੱਕ ਹੈ। ਅੱਛਾ, ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਕੋਈ ਬੰਦਾ ਇੰਡੀਜੈਂਟ ਜਾਂ ਗਰੀਬ ਮਾਰ ਹੋ ਜਾਵੇ ਜਾਂ ਮਤਲਬ ਉਹ ਪੈਸੇ ਹੀ ਨਹੀਂ ਦੇ ਸਕਦਾ ਤੇ ਉਹ ਫਿਰ ਵੀ ਇਸ ਕਾਨੂੰਨ ਦੇ ਤਹਿਤ ਆਏਗਾ ਤੇ ਕੋਰਟਸ ਇਸ ਮਾਮਲੇ ਦੇ ਵਿੱਚ ਕੋਈ ਮਦਦ ਨਹੀਂ ਕਰਦੀ? ਕੋਰਟ ਦੇਖੋ, ਕੋਰਟ ਤਾਂ ਬਲਾਈਂਡ ਹੈ ਜੀ। ਕੋਰਟ ਨੇ ਤਾਂ ਸਬੂਤ ਦੇਖਣੇ ਆ। ਕੋਰਟ ਨੇ ਤੁਹਾਡੀ ਇਨੋਸੈਂਸ ਜਾਂ ਤੁਹਾਡੀ ਮਜਬੂਰੀ ਨੂੰ ਨਹੀਂ ਦੇਖਣਾ ਹੈ ਜੀ। ਜਿੱਥੇ ਸਜ਼ਾ ਦਾ ਪ੍ਰਾਵਧਾਨ ਹੈ, ਜਿੱਥੇ ਸਜ਼ਾ ਦਾ ਪ੍ਰਾਵਧਾਨ ਹੈ ਉੱਥੇ ਕੋਰਟ ਇਹ ਚੀਜ਼ ਨਹੀਂ, ਹਾਂ ਕੋਰਟਾਂ ਦੇ ਵਿੱਚ ਸਾਡੇ ਲੋਕ ਅਦਾਲਤਾਂ ਬਣੀਆਂ ਨੇ ਜਿਹੜੀਆਂ ਇਸ ਚੀਜ਼ਾਂ ਦੇ ਵਿੱਚ ਜਦੋਂ ਚੀਜ਼ ਦੇਖ ਲੈਂਦੀਆਂ, ਮੈਂ ਵੈਸੇ ਇਹ ਆਊਟ ਆਫ ਦੀ ਕੋਰਟ ਗੱਲ ਕਰ ਰਿਹਾ, ਉੱਥੇ ਕੰਪਰੋਮਾਈਜ਼ ਹੁੰਦੇ ਨੇ, ਰਾਜੀਨਾਮੇ ਹੁੰਦੇ ਨੇ, ਅਮਾਉਂਟਾਂ ਦੀ ਐਡਜਸਟਮੈਂਟ ਹੁੰਦੀ ਹੈ, ਉਹ ਇੱਕ ਅਲੱਗ ਪ੍ਰਕਿਰਿਆ ਹੈ। ਪਰ ਜੇ ਅਸੀਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਾਨੂੰਨ ਸਾਰਿਆਂ ਦੇ ਲਈ ਸਮਾਨ ਹੈ ਜੀ। ਮੈਂ ਇਸੇ ਪ੍ਰਸ਼ਨ ਉੱਤੇ ਆ ਰਹੀ ਸੀ ਕਿ ਜੇ ਕਚਹਿਰੀ ਦੇ ਵਿੱਚ ਅਸੀਂ ਕੋਰਟ ਕਚਹਿਰੀਆਂ ਦੇ ਧੱਕੇ ਨਹੀਂ ਖਾਣਾ ਚਾਹੁੰਦੇ ਤਾਂ ਅਸੀਂ ਬਾਰ ਕੋਈ ਕੰਪਰੋਮਾਈਜ਼ ਕਰਨਾ ਚਾਹੁੰਦੇ ਹਾਂ, ਜਿਵੇਂ ਲੋਕ ਅਦਾਲਤ ਹੋ ਗਈ, ਤੁਸੀਂ ਕਿਹਾ ਮੀਡੀਏਸ਼ਨ ਸੈਂਟਰ ਚਲੇ ਜਾਂਦੇ ਨੇ ਕੇਸਿਸ, ਉਹਦੇ ਕੀ ਪ੍ਰਾਵਧਾਨ ਨੇ ਤੇ ਉਹ ਕੀ ਪ੍ਰਕਿਰਿਆ ਹੁੰਦੀ ਹੈ ਉਸਦੀ? ਮੁਸਕਾਨ ਜੀ, ਉਹ ਵੀ ਪ੍ਰਕਿਰਿਆ ਜਿਹੜੀ ਹੈ DLSA ਦੇ ਅੰਦਰ ਅਵੇਲੇਬਲ ਹੈ ਜੀ। ਉੱਥੇ ਵਿੱਚ ਵੀ ਜਾ ਕੇ ਤੁਸੀਂ ਮੀਡੀਏਟਰਸ ਅਦਾਲਤਾਂ ਵੱਲੋਂ ਅਪਾਇੰਟ ਕੀਤੇ ਗਏ ਹਨ ਜੋ ਦੋਨੋਂ ਧਿਰਾਂ ਨੂੰ ਆਪਸ 'ਚ ਬਿਠਾ ਕੇ ਉਹਨਾਂ ਦਾ ਝਗੜਾ ਸਮਝ ਕੇ ਫਿਰ ਉਹਨੂੰ ਅੱਛੇ ਢੰਗ ਨਾਲ ਸੁਲਝਾਉਂਦੇ ਹਨ। ਅਮੂਮਨ ਦੇਖਣ 'ਚ ਆਇਆ ਕਿ ਤੁਸੀਂ ਦੇਖੋ ਕਿ ਪੈਸੇ ਅਸੀਂ 15,000 ਲੈਣੇ ਹੁੰਦੇ ਨੇ ਪਰ ਅਸੀਂ 2 ਲੱਖ ਦਿੰਦੇ ਹਾਂ। ਹਾਂਜੀ। ਸੋ ਇਸ ਚੀਜ਼ਾਂ ਦਾ ਜਿਹੜਾ ਹੈ ਉਸ ਮੀਡੀਏਸ਼ਨ ਸੈਂਟਰਾਂ ਦੇ ਵਿੱਚ ਜਾ ਕੇ
ਇਹ ਚੀਜ਼ਾਂ ਦਾ ਇੱਕ ਦੂਜੇ ਨਾਲ ਗੱਲਬਾਤ ਕਰਕੇ ਕੋਈ ਗੁੱਸਾ ਹੈ, ਕੋਈ ਗਿਲਾ ਹੈ, ਉਹ ਦੂਰ ਹੋ ਜਾਂਦਾ ਹੈ ਜਾਂ ਅਮਾਉਂਟਾਂ ਦਾ ਅਪ ਐਂਡ ਡਾਊਨਸ ਵੀ ਹੋ ਸਕਦਾ ਹੈਗਾ। ਸੋ ਮੀਡੀਏਸ਼ਨ ਸੈਂਟਰ, ਏਡੀਆਰ ਸੈਂਟਰ ਇਹਨਾਂ ਚੀਜ਼ਾਂ ਵਾਸਤੇ ਬਣੇ ਹਨ ਜਿੱਥੇ ਕੰਪਰੋਮਾਈਜ਼ ਹੋ ਸਕਦਾ ਹੈ। ਜੀ, ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰਦੇ ਹਾਂ ਕਿ ਸਮਝੌਤੇ ਦੀ, ਜਿਵੇਂ ਕਿ ਤੁਸੀਂ ਗੱਲ ਕੀਤੀ, ਸਮਝੌਤਾ ਹੋ ਜਾਂਦਾ ਹੈ। ਜਦੋਂ ਸਮਝੌਤਾ ਚੱਲ ਰਿਹਾ ਦੋ ਪਾਰਟੀਆਂ ਦੇ ਵਿੱਚ ਤੇ ਉਸ ਦੇ ਵਿੱਚ ਇੱਕ ਨਵਾਂ ਚੈੱਕ ਜਾਰੀ ਕੀਤਾ ਜਾਂਦਾ ਹੈ ਤੇ ਉਸ ਕੇਸ ਦੇ ਵਿੱਚ ਉਹ ਜਿਹੜਾ ਨਵਾਂ ਚੈੱਕ ਆਇਆ ਹੈ ਉਹ ਵੀ ਇਸ ਐਕਟ ਦੇ ਤਹਿਤ ਆਉਂਦਾ ਹੈ? ਬਿਲਕੁਲ ਆਉਂਦਾ ਹੈ ਜੀ। ਕੋਈ ਵੀ ਚੈੱਕ ਹੈ, ਮੈਂ ਫਿਰ ਉਹੀ ਤੁਹਾਨੂੰ ਦੁਬਾਰਾ ਕਹਾਂਗਾ, ਸਰੋਤਿਆਂ ਨੂੰ ਦੱਸਾਂਗਾ ਕਿ ਜਿਹੜਾ ਵੀ ਚੈੱਕ ਜਿਹੜਾ ਤੁਸੀਂ ਆਪਣੀ ਦੇਣਦਾਰੀ, ਕਾਨੂੰਨੀ ਦੇਣਦਾਰੀ ਦੇਣ ਵਾਸਤੇ ਜਾਰੀ ਕੀਤਾ ਹੈ, ਤੁਸੀਂ ਉਹਦੇ ਲਈ ਪਾਬੰਦ ਹੋ ਔਰ ਇਸ ਧਾਰਾ ਦੇ ਅੰਦਰ ਆਨੇ ਹੋ। ਤੇ ਉਸ ਦਾ ਸਮਾਂ ਉਸੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਕਿ ਜਿਹੜਾ ਚੈੱਕ ਅਸੀਂ ਪਹਿਲੇ ਜਾਰੀ ਕੀਤਾ ਸੀ ਉਹ ਤੋਂ ਸਮਾਂ ਸ਼ੁਰੂ ਹੋਏਗਾ? ਨਹੀਂ, ਜਿਹੜਾ ਚੈੱਕ ਤੁਸੀਂ ਦੁਬਾਰਾ ਕੰਪਰੋਮਾਈਜ਼ ਚ ਮੰਨ ਲਓ ਜਿੱਦਾਂ ਤੁਸੀਂ ਕਿਹਾ ਹੈ ਦਿੱਤਾ ਹੈ, ਉਸ ਤੇ ਜੋ ਮਿਤੀ ਉਹਦੇ ਉੱਤੇ ਲਿਖੀ ਹੋਈ ਹੈ ਉਸੇ ਤੋਂ ਹੀ ਉਹਦਾ, ਜੋ ਮੈਂ ਪਹਿਲੇ ਤੁਹਾਨੂੰ ਦੱਸਿਆ ਹੈ, 30 ਦਿਨ ਦਾ, 15 ਦਿਨ ਦਾ ਨੋਟਿਸ ਔਰ ਉਸ ਤੋਂ 30 ਦਿਨ ਬਾਅਦ ਜਿਹੜਾ ਅਦਾਲਤ ਦੇ ਵਿੱਚ ਫਾਈਲ ਕਰਨ ਦਾ ਸੇਮ ਪ੍ਰਾਵਧਾਨ ਹੈ। ਜੀ, ਇਸ ਦੇ ਨਾਲ ਅਸੀਂ ਗੱਲ ਕਰਦੇ ਕਿ ਕਦੀ ਕਦਾਰ ਬਹੁਤ ਸਾਰੇ ਚੈੱਕ ਅਸੀਂ ਦੇ ਦਿੰਨੇ ਆ, ਹਨਾ, 5 ਤੋਂ 10 ਚੈੱਕ ਦੇ ਦਿੱਤੇ ਤੇ ਉਹ ਸਾਰੇ ਬਾਉਂਸ ਹੋ ਗਏ ਤੇ ਉਹਨਾਂ ਦੇ ਉੱਤੇ ਇੱਕ ਹੀ ਕੰਪਲੇਂਟ ਫਾਈਲ ਹੁੰਦੀ ਹੈ ਕਿ ਉਹਨਾਂ ਦੇ ਵੱਖਰੀ ਵੱਖਰੀ ਕੰਪਲੇਂਟ ਫਾਈਲ ਹੋ ਸਕਦੀ ਹੈ? ਦੇਖੋ, ਜਿਹੜੇ ਤਾਂ ਚੈੱਕ ਇੱਕ ਤੋਂ ਜ਼ਿਆਦਾ ਨੇ ਜੀ ਔਰ ਸੇਮ ਟ੍ਰਾਂਜੈਕਸ਼ਨ ਦੇ ਨੇ ਜੀ, ਅਗਰ ਤਾਂ ਉਹ ਸਟਿਪੂਲੇਟਡ ਪੀਰੀਅਡ, ਮਤਲਬ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਮੰਨ ਲਓ ਕੋਈ ਚੈੱਕ 3 ਮਹੀਨੇ ਲਈ ਵੈਲਿਡ ਹੈ ਔਰ ਉਹ ਬਾਕੀ 3 ਚੈੱਕ ਵੀ 3 ਮਹੀਨੇ ਦੇ ਅੰਦਰ ਅੰਦਰ ਕਵਰ ਨੇ, ਤੇ ਤੁਸੀਂ ਉਹਦੀ ਇੱਕ ਕੰਪਲੇਂਟ ਕਰ ਸਕਦੇ ਹੋ। ਪਰ ਜੇ ਕੋਈ ਚੈੱਕ ਸਪੋਜ਼ ਕਰੋ 10 ਮਹੀਨੇ ਬਾਅਦ ਦਾ ਹੈ ਤੇ ਉਹਦੇ ਲਈ ਤੁਹਾਨੂੰ ਅਲੱਗ ਹੀ ਮੁਕੱਦਮਾ ਕਰਨਾ ਪਏਗਾ ਤੇ ਉਹ ਉਸ ਚੀਜ਼ ਦੇ ਵਿੱਚ ਕਵਰ ਅਪ ਨਹੀਂ ਹੋਏਗਾ। ਜੀ, ਜੇ ਹੁਣ ਗੱਲ ਕਰੀਏ ਕਿ ਨਿੱਜੀ ਪੈਸੇ ਦੇਣ ਵਾਲਿਆਂ ਦੀ, ਉਹ ਕਦੀ ਕਦਾਰ ਕੀ ਕਰਦੇ ਆ, 5 ਚੈੱਕ ਲੈ ਲੈਂਦੇ ਨੇ, 10 ਚੈੱਕ ਲੈ ਲੈਂਦੇ ਆ, ਅਮਾਊਂਟ ਬਹੁਤ ਛੋਟੀ ਹੁੰਦੀ, ਜਿਵੇਂ ਕਿ 15,000 ਹੋ ਗਈ, 20,000 ਹੋ ਗਈ, ਪਰ ਉਹ ਚੈੱਕ ਜਦੋਂ ਲੈਂਦੇ ਨੇ 5-10 ਤੇ ਉਹਦੇ ਵਿੱਚ ਕਦੀ 2 ਲੱਖ ਭਰਤਾ, ਕਦੀ 5 ਲੱਖ ਭਰਤਾ। ਸਾਡੇ ਸਰੋਤੇ ਇਸ ਚੀਜ਼ ਤੋਂ ਕਿਵੇਂ ਬਚ ਸਕਦੇ ਨੇ? ਇਹ ਬਹੁਤ ਵੱਡਾ ਅਤਿਆਚਾਰ ਹੈ ਉਹਨਾਂ ਦੇ ਨਾਲ। ਦੇਖੋ, ਇੱਥੇ ਸਰੋਤਿਆਂ ਨੂੰ ਹੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਮੁਸਕਾਨ ਜੀ, ਕਿਉਂਕਿ ਜਦੋਂ ਅਸੀਂ ਲੈਣ ਜਾਂਦੇ ਆ ਉਦੋਂ ਅਸੀਂ ਕੁਝ ਨਹੀਂ ਦੇਖਦੇ ਹਾਂ। ਹਾਂਜੀ, ਉਦੋਂ ਅਸੀਂ ਸਾਈਨ ਕਰਕੇ ਦੇ ਦਿੰਦੇ ਆ ਔਰ ਮੈਂ ਜ਼ਿਆਦਾਤਰ ਦੇਖਿਆ ਆਪਣੇ ਇਸ ਪ੍ਰੋਫੈਸ਼ਨ ਦੇ ਵਿੱਚ ਹੈ ਕਿ ਅਮਾਉਂਟ ਤੱਕ ਨਹੀਂ ਲਿਖੀ ਹੁੰਦੀ। ਹੁਣ ਜਦੋਂ ਤੁਸੀਂ ਕਿਸੇ ਚੈੱਕ ਦੇ ਵਿੱਚ ਅਮਾਉਂਟ ਹੀ ਨਹੀਂ ਲਿਖੀ ਹੈ, ਫਿਰ ਤਾਂ ਪ੍ਰਾਈਵੇਟ ਫਾਈਨਾਂਸਰ ਹੈ, ਚਾਹੇ ਕੋਈ ਵੀ ਹੋ, ਜੋ ਚਾਹੇ ਉਹਦੇ ਵਿੱਚ ਭਰ ਲਵੇ ਜੀ। ਸੋ ਇਸ ਕਰਕੇ ਸਰੋਤਿਆਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਅਸੀਂ ਕਿੰਨਾ ਲੋਨ ਲੈ ਰਹੇ ਹਾਂ, ਕਿੰਨਾ ਭੁਗਤਾਨ ਕਰਨਾ ਹੈ, ਕਿਆ ਦੇਣਾ ਹੈ, ਉਹ ਸਭ ਕੁਝ ਲਿਖਿਤ ਹੋਣਾ ਚਾਹੀਦਾ ਹੈ। ਹਾਂਜੀ, ਅਗਰ ਉਹ ਲਿਖਿਤ ਨਹੀਂ ਹੋਏਗਾ ਤੇ ਉਸ ਦਾ ਮਿਸਯੂਜ਼ ਹੋਣਾ ਲਾਜ਼ਮੀ ਹੈ ਜੀ। ਤੇ ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰਦੇ ਹਾਂ ਮੁਆਵਜ਼ੇ ਦੀ, ਚੈੱਕ ਬਾਉਂਸ ਦੇ ਕੇਸਿਸ ਦੇ ਵਿੱਚ ਮੁਆਵਜ਼ਾ ਮਿਲਦਾ ਹੈ ਤੇ ਜਦੋਂ ਕੋਈ ਦੋਸ਼ੀ ਵਿਅਕਤੀ ਮੁਆਵਜ਼ਾ ਨਹੀਂ ਦੇ ਪਾਉਂਦਾ ਤੇ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ, ਜਦੋਂ ਜੇਲ੍ਹ ਜਾ ਜਾਂਦਾ, ਜੇਲ੍ਹ ਤੋਂ ਵਾਪਸ ਆ ਜਾਂਦਾ, ਉਹ ਮੁਆਵਜ਼ਾ ਉਹਨੂੰ ਫੇਰ ਵੀ ਦੇਣਾ ਪਏਗਾ? ਬਿਲਕੁਲ, ਇਹਦੇ ਵਿੱਚ ਜਿਹੜਾ ਸਜ਼ਾ ਦਾ ਪ੍ਰਾਵਧਾਨ ਹੈ ਜੀ, ਉਹ ਸਜ਼ਾ ਦਾ ਪ੍ਰਾਵਧਾਨ ਚੈੱਕ ਬਾਉਂਸ ਤੇ ਹੈ, ਨਾ ਕਿ ਮਨੀ ਤੇ ਹੈ। ਪੈਸਾ ਦੇਣਦਾਰੀ ਜਿਹੜੀ ਹੈ ਉਸ ਦੇਣਦਾਰ ਦੀ ਉਸੇ ਤਰ੍ਹਾਂ ਹੀ ਖੜੀ ਹੈ, ਉਹ ਪੈਸਾ ਤੁਹਾਡਾ ਕਿਤੇ ਨਹੀਂ ਜਾਂਦਾ ਹੈ। ਸਜ਼ਾ ਹੈ ਕਿ ਤੁਸੀਂ ਜਿਹੜਾ ਆਪਣਾ ਕਾਨੂੰਨੀ ਮਾਨਤਾ ਜਿਹੜੀ ਦੇਣਦਾਰੀ ਸੀ ਉਸ ਨੂੰ ਪੂਰਾ ਨਹੀਂ ਕੀਤਾ ਜੀ, ਉਸ ਦੇ ਬਾਬਤ ਸਜ਼ਾ ਹੈ, ਨਾ ਕਿ ਅਮਾਉਂਟ। ਇਸ ਤਰ੍ਹਾਂ ਤਾਂ ਕੋਈ 1 ਕਰੋੜ ਦਾ ਚੈੱਕ ਇਸ਼ੂ ਕਰੇਗਾ, 2 ਸਾਲ 1.5 ਸਾਲ ਅੰਦਰ ਲਗਾਏਗਾ ਤੇ ਕਹਿ ਦੇਗਾ ਮੈਂ ਦੇਣਦਾਰ ਨਹੀਂ ਹਾਂ। ਸੋ ਕਾਨੂੰਨ ਇਹ ਨਹੀਂ ਹੈ, ਕਾਨੂੰਨ ਇਹ ਹੈ ਕਿ ਅਗਰ ਤੁਸੀਂ ਚੈੱਕ ਬਾਉਂਸ ਹੋਇਆ ਔਰ ਉਹ ਖਤਮ ਹੋ ਜਾਂਦਾ, ਤੁਸੀਂ ਦੇਣਦਾਰੀ ਟਾਈਮ ਤੇ ਨਹੀਂ ਦਿੱਤੀ ਹੈ, ਸਜ਼ਾ ਉਸ ਚੀਜ਼ ਦੀ ਹੈ, ਲੇਕਿਨ ਪੈਸਾ ਤੁਹਾਡਾ ਉਸੇ ਤਰ੍ਹਾਂ ਦੇਣਦਾਰੀ ਖੜੀ ਹੈ। ਚੈੱਕ ਦੀ ਅਮਾਉਂਟ ਨੂੰ ਭਰਨ ਲਈ ਵੀ ਕੁਝ ਪਿੱਛੇ ਸੌਂਦਾ ਆਈਆਂ ਸੀ ਕਿ ਤੁਸੀਂ ਇੱਕ ਚੈੱਕ ਦੇ ਵਿੱਚ ਕੁਝ ਪਾਰਟਿਕੂਲਰ ਅਮਾਉਂਟ ਹੀ ਭਰ ਸਕਦੇ ਹੋ, ਐਦਾਂ ਦਾ ਕੁਝ ਆਇਆ ਸੀ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਆਇਆ ਜੀ। ਤੁਸੀਂ ਜਿੰਨਾ ਮਰਜ਼ੀ ਚੈੱਕ ਭਰ ਕੇ ਜਿੰਨਾ ਮਰਜ਼ੀ ਚੈੱਕ ਤੁਸੀਂ ਭਰ ਕੇ ਦੇ ਸਕਦੇ ਹੋ, ਬਟ ਗੱਲ ਉਹੀ ਆਂਦੀ ਹੈ ਬਾਅਦ ਦੇ ਵਿੱਚ, ਜਦੋਂ ਤੁਸੀਂ ਅਦਾਲਤਾਂ 'ਚ ਜਾਂਦੇ ਹੋ ਤੇ ਤੁਹਾਨੂੰ ਉਸ ਚੀਜ਼ਾਂ ਨੂੰ ਪ੍ਰੂਵ ਕਰਨਾ ਪੈਂਦਾ ਜੀ, ਉਹਨਾਂ ਨੂੰ ਸਬੂਤਾਂ ਰਾਹੀਂ ਤੁਹਾਨੂੰ ਕੋਰਟ ਦੇ ਅੱਗੇ ਆਪਣੇ ਪੱਖ ਰੱਖਣੇ ਪੈਂਦੇ ਹਨ ਜੀ। ਲਾਈਕ ਜਿੱਦਾਂ ਕਿਸੇ ਦੀ ਤਾਂ ਕੋਈ ਰਿਕਸ਼ਾ ਵਾਲਾ, ਮੈਂ ਐਗਜ਼ਾਮਪਲ ਲੈ ਲੈਣਾ, ਉਹਦੀ ਮਹੀਨੇ ਦੀ ਜਿਹੜੀ ਮਾਸਿਕ ਇਨਕਮ ਹੀ ਜਿਹੜੀ ਹੈ 10,000 ਹੈ ਤੇ ਉਹ ਅਗਰ 5 ਲੱਖ ਦਾ ਚੈੱਕ ਲਾਏਗਾ ਤੇ ਉਹਨੂੰ ਅਦਾਲਤ ਦੇ ਵਿੱਚ ਸਬੂਤਾਂ ਰਾਹੀਂ ਪੇਸ਼ ਕਰਨਾ ਪਏਗਾ ਕਿ ਮੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਆ। ਸੋ ਇਹ ਮੁੜ ਕੇ ਕਾਨੂੰਨੀ ਨੁਕਤਿਆਂ ਦੇ ਰਾਹੀਂ ਜਾਂ ਕਾਨੂੰਨੀ ਵਕੀਲਾਂ ਦੇ ਰਾਹੀਂ ਜਾਂ ਸਬੂਤਾਂ ਦੇ ਰਾਹੀਂ ਇਹ ਪੱਖ ਤੁਸੀਂ ਆਪਣਾ ਅਦਾਲਤ 'ਚ ਰੱਖਦੇ ਹੋ। ਬਹੁਤ ਵਾਰ ਇਦਾਂ ਹੁੰਦਾ ਹੈ ਕਿ ਜਿਹੜਾ ਦੋਸ਼ੀ ਹੁੰਦਾ ਉਹ ਭਗੌੜਾ ਹੋ ਜਾਂਦਾ ਹੈ, ਹਨਾ, ਤੇ ਜਦੋਂ ਉਹ ਭਗੌੜਾ ਹੀ ਹੋ ਗਿਆ ਤਾਂ ਫਿਰ ਜਿਹੜਾ ਬੰਦੇ ਲੈਣ ਦੇਣ ਵਾਲੇ ਬੰਦੇ ਹੁੰਦੇ ਨੇ, ਲੈਣਦਾਰ, ਉਹਦੇ ਨਾਲ ਤਾਂ ਧੱਕਾ ਹੀ ਹੋ ਗਿਆ ਇੱਕ ਤਰ੍ਹਾਂ ਦਾ। ਤੇ ਉਸ ਕੇਸ ਦੇ ਵਿੱਚ ਸਾਡੇ ਜਿਹੜੇ ਕੋਰਟਸ ਨੇ ਉਹ ਕੀ ਕਰਦੀਆਂ ਨੇ? ਦੇਖੋ, ਮੈਂ ਧੱਕਾ ਨਹੀਂ ਕਹਾਂਗਾ, ਇੱਕ ਆਮ ਇਨਸਾਨ ਔਰ ਇੱਕ ਭਗੌੜੇ 'ਚ ਬੜਾ ਫਰਕ ਹੈ। ਹਾਂਜੀ, ਬੜਾ ਫਰਕ ਹੈ। ਇੱਕ ਆਮ ਨਾਗਰਿਕ ਹੋਣਾ ਔਰ ਕਿਸੇ ਨੂੰ ਕਹਿਣਾ ਇਹ ਸਮਾਜ 'ਚ ਭਗੌੜਾ ਹੈ ਜਾਂ ਕਾਨੂੰਨ ਦੀ ਨਜ਼ਰਾਂ 'ਚ ਭਗੌੜਾ ਹੈ, ਇਹ ਬਹੁਤ ਵੱਡੀ ਗੱਲ ਹੈ। ਹਾਂਜੀ, ਸੋ ਉਸ ਤੋਂ ਬਾਅਦ ਪੁਲਿਸ ਦਾ ਰੋਲ ਵੀ ਜ਼ਿਆਦਾ ਸ਼ੁਰੂ ਹੁੰਦਾ, ਜਿੱਥੇ ਸਾਡੇ ਹਰ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਵਿੱਚ ਜਾਂ ਰੂਰਲ ਦੇ ਵਿੱਚ ਐਸਐਸਪੀ ਆਫਿਸ ਦੇ ਵਿੱਚ ਹੈ, ਪੀਓ ਸਟਾਫ ਅਲੱਗ ਬਣੇ ਹੋਏ ਨੇ, ਜਿਨ੍ਹਾਂ ਦਾ ਕੰਮ ਸਿਰਫ ਜਿਹੜੇ ਭਗੌੜੇ ਲੋਕਾਂ ਨੂੰ, ਜਿਨ੍ਹਾਂ ਨੇ ਕਾਨੂੰਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੈ, ਉਹਨਾਂ ਨੂੰ ਪਕੜਨਾ ਹੈ। ਤੇ ਸਾਡੀ ਪੁਲਿਸ ਬਹੁਤ ਅੱਛੀ ਹੈ ਔਰ ਬਹੁਤ ਕੰਮ ਕਰਦੀ ਹੈ
ਔਰ ਜਦੋਂ ਵੀ ਕੋਰਟ ਦਾ ਕੋਈ ਆਰਡਰ ਹੁੰਦਾ ਉਸ ਦੀ ਕਾਪੀ ਜਿਹੜੀ ਹੈ ਕੰਸਰਨਡ ਥਾਣੇ ਜਾਂ ਪੀਓ ਸਟਾਫ ਨੂੰ ਜਾਂਦੀ ਹੈ ਜੀ, ਜਿਸ ਬਾਬਤ ਜਦੋਂ ਵੀ ਉਹ ਦੋਸ਼ੀ ਪਕੜਿਆ ਜਾਂਦਾ ਹੈ ਤੇ ਉਸ ਦਾ ਮੁਕੱਦਮਾ ਫਿਰ ਸ਼ੁਰੂ ਹੋ ਜਾਂਦਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਸਾਡੇ ਐਕਟ ਦੇ ਵਿੱਚ ਸੌਂਦਾਂ ਆਈਆਂ ਨੇ ਜਿਹਦੇ ਵਿੱਚ ਕੁਝ 20% ਵੀ ਦੇਣ ਦੀ ਗੱਲ ਕੀਤੀ ਗਈ ਹੈ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਕਿਹੜੀ ਸੌਂਦ ਹੈ ਜਿਹੜੀ ਉਹਨਾਂ ਦੇ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ। ਦੇਖੋ 2018 ਦੇ ਵਿੱਚ ਸੋਧ ਹੋਈ ਜੀ ਇਸ ਐਕਟ ਦੇ ਵਿੱਚ, ਜਿਹੜੀ ਕਿ 1 ਸਤੰਬਰ 2018 ਤੋਂ ਲਾਗੂ ਹੋਈ ਜੀ। ਇਸ ਦੇ ਬਾਬਤ ਪਹਿਲੇ ਕੀ ਦੇਖਣ ਚ ਆਇਆ ਸੀਗਾ ਕਿ ਜਦੋਂ ਵੀ ਕੋਈ ਚੈੱਕ ਇਸ਼ੂ ਕਰਦਾ ਸੀ, ਨੋ ਡਾਊਟ ਕਿ ਕੋਰਟ ਦੇ ਕੁਝ ਮਸਲੇ, ਕੋਰਟ ਦੇ ਕੁਝ ਨੁਕਤਾ ਚੁਨੇ, ਵਕੀਲਾਂ ਦੇ ਟੋਟਕੇ, ਸੋ ਇਹਦੇ ਬਾਬਤ ਜਿਹੜੇ ਮੁਕੱਦਮੇ ਕੁਝ ਲੰਬੇ ਸਮੇਂ ਲਈ ਲਟਕ ਜਾਂਦੇ ਸੀ। ਤਾਂ ਇਸ ਸੋਧ ਦੇ ਰਾਹੀਂ ਸੈਕਸ਼ਨ 143A ਐਡ ਕੀਤਾ ਗਿਆ ਜੀ। ਉਹਦੇ ਬਾਬਤ ਜਿਹੜੀ 20% ਤੱਕ ਦੀ ਅਮਾਉਂਟ ਅਦਾਲਤ, ਜਿਹੜੀ ਨੀਚਲੀ ਅਦਾਲਤ ਹੈ, ਉਹ ਜਿਹੜਾ ਮੁਦਈ ਹੈ, ਜਿਹੜਾ ਲੈਣਦਾਰ ਹੈ, ਉਹਦੇ ਹੱਕ ਵਿੱਚ ਪਾਸ ਕਰ ਸਕਦੇ ਹਨ ਔਰ ਉਹਦੇ ਲਈ ਜਿਹੜਾ ਦੋਸ਼ੀ ਹੈ ਉਹ ਦੇਣਦਾਰ ਹੈ, ਤਾਂ ਜੋ ਉਹਨੂੰ ਮੁੱਢਲੀ ਅੰਤਰਿਮ ਜਿਹੜੀ ਕਹਿ ਲਓ ਕੁਝ ਰਾਹਤ ਉਹਨੂੰ ਮਿਲ ਸਕੇ। ਜੇ ਕਿਸੇ ਦਾ ਲੱਖ ਰੁਪਏ ਦਾ ਚੈੱਕ ਹੈ ਤੇ ਉਹਨੂੰ 10,000 ਰੁਪਏ ਦੀ ਉਹ ਪੇਮੈਂਟ ਮਿਲੇ, ਕਿਉਂਕਿ ਪਹਿਲੇ ਉਹਨੂੰ ਮੁਕੱਦਮਾ ਕਰਨ ਲਈ ਵਕੀਲ ਕਰਨਾ ਪੈਂਦਾ ਹੈ, ਉਸਦੀ ਫੀਸ ਦੇਣੀ ਪੈਂਦੀ ਹੈ, ਹੋਰ ਖਰਚੇ ਕਰਨੇ ਪੈਂਦੇ ਹਨ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਸੋਧ ਕੀਤੀ ਗਈ ਹੈ। तो ਉਹਦੇ ਮੁਤਲਕ 20% ਤੱਕ ਦੀ ਅਦਾਲਤ ਜਿਹੜੀ ਹੈ ਉਹ ਕਰ ਸਕਦੀ ਹੈ। ਇਸ ਨਾਲ ਮੈਂ ਇੱਕ ਹੋਰ ਐਡ ਕਰਨਾ ਚਾਹੂੰਗਾ, ਕਈ ਵਾਰੀ ਲੋਕਾਂ ਦੇ ਸਰੋਤਿਆਂ ਦੇ ਦਿਮਾਗ 'ਚ ਆਏਗਾ ਕਿ ਹੱਲੇ ਤਾਂ ਅਸੀਂ ਗਿਲਟੀ ਹੋਏ ਨਹੀਂ, ਸਾਨੂੰ ਤਾਂ ਕਾਨੂੰਨ ਨੇ ਮੰਨਿਆ ਨਹੀਂ ਕਿ ਅਸੀਂ ਕੀਤਾ ਤੇ ਅਸੀਂ ਕਿਉਂ ਦਈਏ। ਤਾਂ ਇਸੇ ਸੋਧ ਦੇ ਵਿੱਚ ਇਹ ਪ੍ਰਾਵਧਾਨ ਵੀ ਹੈ ਵੀ ਜੇਕਰ ਤੁਸੀਂ ਕੱਲ ਨੂੰ ਕੋਰਟ ਦੇ ਵਿੱਚ ਬਰੀ ਹੋ ਜਾਂਦੇ ਹੋ, ਕੋਰਟ ਤੁਹਾਨੂੰ ਇਨੋਸੈਂਟ ਪ੍ਰੂਵ ਕਰ ਦਿੰਦੀ ਹੈ, ਤੇ ਇਸੇ ਜਿਹੜੀ 20% ਜਾਂ ਜਿੰਨੀ ਵੀ ਅਮਾਉਂਟ ਕੋਰਟ ਨੇ ਤੁਹਾਨੂੰ ਹੁਕਮ ਕੀਤੀ ਹੁੰਦੀ ਹੈ, ਉਹ ਉਸ ਸਮੇਂ ਦੇ ਬੈਂਕ ਵਿਆਜ ਦੇ ਅਕੋਰਡਿੰਗ ਦੋਸ਼ੀ ਜਿਹੜਾ ਹੈ, ਜਿਹੜਾ ਲੈਣਦਾਰ ਹੈ, ਉਹ ਦੋਸ਼ੀ ਨੂੰ ਦੇਣ ਦਾ ਪਾਬੰਦ ਹੈ। ਜੀ, ਇਹ ਬਹੁਤ ਹੀ ਵਧੀਆ ਗੱਲ ਇਹਨਾਂ ਨੇ ਸਾਨੂੰ ਦੱਸੀ ਹੈ। ਮੈਂ ਇਸ ਦੇ ਨਾਲ ਇੱਕ ਹੋਰ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਕਿ ਕਿਹਾ ਜਾਂਦਾ ਹੈ ਕਿ ਬੈਂਕ ਦੀ ਜੇ ਕਦੀ ਤੁਸੀਂ ਬੈਂਕ ਤੋਂ ਲੋਨ ਲਿੱਤਾ ਹੈ ਨਾ, ਤੇ ਜੇ ਤੁਸੀਂ ਉਹ ਨਹੀਂ ਦੇ ਪਾਉਂਦੇ ਹੋ ਸਮੇਂ ਦੇ ਵਿੱਚ, ਉਸ ਦਾ ਤੁਹਾਡੇ ਅਕਾਊਂਟ ਵੀ ਉਹ ਬੰਦ ਕਰ ਸਕਦੇ ਨੇ ਤੇ ਕੱਲ ਤੁਸੀਂ ਉਹਨਾਂ ਤੋਂ ਲੋਨ ਵੀ ਨਹੀਂ ਲੈ ਸਕਦੇ, ਐਦਾਂ ਦਾ ਕੁਝ ਜੀ ਇਹਨੂੰ ਅਸੀਂ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਸਿਬਲ, ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਇੱਕ ਸਿਬਲ ਬੜਾ ਹੀ ਤੁਹਾਡੀ ਜ਼ਿੰਦਗੀ ਦਾ ਪਾਰਟ ਬਣ ਗਿਆ ਹੈ। ਜੇ ਤੁਹਾਡਾ ਸਿਬਲ ਖਰਾਬ ਹੈ ਤੇ ਜੋ ਤੁਸੀਂ ਕੁਝ ਕਾਰ ਖਰੀਦਣ ਜਾਂਦੇ ਹੋ, ਕੋਈ ਲੋਨ ਲੈਣ ਜਾਂਦੇ ਹੋ, ਕੁਝ ਲੈਣ ਜਾਂਦੇ ਹੋ, ਤੁਹਾਨੂੰ ਮਿਲਦਾ ਨਹੀਂ ਜੀ। ਤੁਹਾਨੂੰ ਸਭ ਤੋਂ ਪਹਿਲੇ ਤੁਹਾਡਾ ਸਿਬਲ ਚੈੱਕ ਹੁੰਦਾ ਕਿ ਕਿਆ ਇਹ ਇਨਸਾਨ ਨੇ ਜਿੰਨੇ ਵੀ ਲੋਨ ਜ਼ਿੰਦਗੀ 'ਚ ਲਿੱਤੇ ਹੈ, ਕਿਆ ਸਮੇਂ ਸਿਰ ਅਦਾਇਗੀ ਕੀਤੀ ਹੈ ਜਾਂ ਨਹੀਂ ਕੀਤੀ ਹੈ। ਤੇ ਬੈਂਕ ਦੇ ਕੋਲ ਜਦੋਂ ਤੁਸੀਂ ਐਸੇ ਲੋਨ ਲੈਂਦੇ ਹੋ ਜਾਂ ਕਿਤੇ ਵੀ ਲੈਂਦੇ ਹੋ, ਤੁਹਾਡਾ ਸਿਬਲ ਚੈੱਕ ਹੁੰਦਾ ਜੀ। ਲੇਕਿਨ ਅਗਰ ਜੇ ਤੁਸੀਂ ਲੋਨ ਲਿੱਤਾ ਹੈ ਤੇ ਤੁਸੀਂ ਉਹਦੇ ਦੇਣਦਾਰ ਹੋ, ਬਟ ਫਿਰ ਮੈਂ ਉਹੀ ਦੁਹਰਾਵਾਂਗਾ ਕਿ ਆਪਣੇ ਆਪ ਨੂੰ ਮਿਸਯੂਜ਼ ਹੋਣ ਤੋਂ ਬਚਣ ਦੇ ਲਈ, ਕਿ ਦੇਣਦਾਰੀ 1 ਰੁਪਈਆ ਹੈ ਬਨ 100 ਰੁਪਏ ਗਈ ਹੈ, ਉਸ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਤੇ ਜਿਹੜਾ ਤੁਸੀਂ ਸਿਬਲ ਦੀ ਗੱਲ ਕੀਤੀ ਹੈ, ਉਹ ਸਾਰੇ ਬੈਂਕਾਂ ਦੇ ਲਈ ਯੂਜ਼ ਹੋ ਜਾਂਦਾ ਹੈ ਜੀ। ਬਿਲਕੁਲ, ਤੁਹਾਡਾ ਇੱਕ ਸਿਬਲ ਕ੍ਰੀਏਟ ਹੁੰਦਾ ਹੈ ਜੀ, ਉਹ ਸਾਰੇ ਬੈਂਕਾਂ 'ਚ ਯੂਜ਼ ਹੁੰਦਾ ਜੀ। ਇਹ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਸੈਸ਼ਨ ਸੀਗਾ ਸਾਡਾ, ਤੇ ਮੈਂ ਸਰ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਇਸ ਇਨਫੋਰਮੇਟਿਵ ਸੈਸ਼ਨ ਨੂੰ ਕਿਵੇਂ ਅੰਤ ਕਰਨਾ ਚਾਹੋਗੇ। ਮੈਂ ਸਭ ਤੋਂ ਪਹਿਲੇ ਤਾਂ ਜੀ ਦੂਰਦਰਸ਼ਨ ਦਾ ਤੇ ਤੁਹਾਡਾ ਮੁਸਕਾਨ ਜੀ, ਇਸ ਤਰ੍ਹਾਂ ਦੇ ਪ੍ਰੋਗਰਾਮ ਜੋ ਕਿ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਲੈ ਕੇ ਆਉਂਦੇ ਨੇ, ਕਿਉਂਕਿ ਅੱਜ ਕੱਲ ਬਹੁਤ ਛੋਟੀਆਂ ਚੀਜ਼ਾਂ, ਈਵਨ ਮੋਬਾਈਲ ਤੱਕ ਵੀ ਲੋਨ ਤੇ ਹੋ ਗਏ ਨੇ। ਸੋ ਇਸ ਜਾਗਰੂਕ ਕਰਨ ਦੇ ਲਈ ਮੈਂ ਧੰਨਵਾਦ ਕਰਦਾ ਜੀ। ਇਹ ਬਹੁਤ ਇਨਫੋਰਮੇਟਿਵ ਸੈਸ਼ਨ ਸੀਗਾ। ਅਸੀਂ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਕਾਨੂੰਨ ਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਨੀ ਦੇਰ ਲਈ ਇਜਾਜ਼ਤ।